ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਇਸ ਗੱਲ ਸਮਝਾਇਓ ਜ਼ਰਾ, ਇਹ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਨੂੰ ਹਟਾਉਣ ਦਾ ਸਿਧਾਂਤਕ ਫੈਸਲਾ ਹੋਇਆ ਔਰ ਇਹ ਫੈਸਲਾ ਬੜੇ ਤਰੀਕੇ ਨਾਲ ਸਲੀਕੇ ਨਾਲ ਮੀਡੀਆ ਦੇ ਵਿੱਚ ਨਸ਼ਰ ਕੀਤਾ ਗਿਆ। ਨਵੇਂ ਏਜੀ ਦੀ ਭਾਲ ਸ਼ੁਰੂ ਹੋਈ ਹੋਊਗੀ। ਵੈਸੇ ਇਹ ਲਗਭਗ ਪਿਛਲੇ 2 ਸਾਲ ਦੇ ਵਿੱਚ ਕਈ ਵਾਰੀ ਏਜੀ ਲੱਭਣ ਦੀ ਕਵਾਇਦ ਪੰਜਾਬ 'ਚ ਹੋਈ ਆ। ਮੈਨੂੰ ਦੱਸਿਓ ਜ਼ਰਾ ਕਿ ਇਹਦੇ ਨਾਲ ਗੱਲ ਮੁੱਕ ਜੂ ਸਰਕਾਰ ਦੀ ਵਰਕਿੰਗ ਨੂੰ ਲੈ ਕੇ, ਔਰ ਜਿਸ ਤਰੀਕੇ ਨਾਲ 2 IAS ਅਫਸਰਾਂ ਨੂੰ ਕਾਲੀ 'ਚ ਸਸਪੈਂਡ ਕੀਤਾ ਗਿਆ ਕਿ ਉਹਦੇ ਸੰਬੰਧੀ ਕੇਂਦਰ ਨੂੰ ਭੇਜੀ ਜਾਣ ਵਾਲੀ ਖਤੋ ਖਤਾਬਤ ਭੇਜੀ ਜਾ ਚੁੱਕੀ ਹੈ। ਰੰਧਾਵਾ ਸਾਹਿਬ, ਤੁਸੀਂ ਇੱਕੋ ਵਾਰ 'ਚ ਕਈ ਸਵਾਲ ਦਾਗਦੇ ਹੈ, ਇੱਕ ਇੱਕ ਕਰਕੇ ਡਿਸਕਸ ਕਰਦੇ ਆ। ਦੇਖੋ, ਜਦੋਂ ਆਪਾਂ ਪਹਿਲਾਂ ਵੀ ਇਹ ਇਸ਼ੂ ਡਿਸਕਸ ਕਰ ਰਹੇ ਸੀ ਇਸੇ ਪ੍ਰੋਗਰਾਮ ਦੇ ਵਿੱਚ, ਤਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਇਹ ਪੰਚਾਇਤਾਂ ਨੂੰ ਤੇ ਜ਼ਿਲ੍ਹਾ ਸਮਿਤੀਆਂ ਨੂੰ, ਇਹਨਾਂ ਨੂੰ ਭੰਗ ਕਰਨ ਦੇ ਮਾਮਲੇ ਦੇ ਵਿੱਚ 2-3 ਪੱਧਰ ਤੇ ਮਤਲਬ ਜਿਹੜੀ ਹੈਗੀ ਹੈ ਕੁਤਾਹੀ ਹੋਈ ਹੈ। ਹੁਣ ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਪੋਲੀਟੀਕਲ ਹੈ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਇੱਕ ਤਾਂ ਪੋਲੀਟੀਕਲ ਹੈ ਕਿ ਪੋਲੀਟੀਕਲ ਤੌਰ ਤੇ ਫੈਸਲਾ ਲਿਆ ਗਿਆ ਕਿ ਪੰਚਾਇਤਾਂ ਨੂੰ ਭੰਗ ਕਰਨਾ ਹੈ। ਉਹ ਕਿਹਨੇ ਲਿਆ? ਮਿਨਿਸਟਰ ਨੇ ਲਿਆ, ਚੀਫ ਮਿਨਿਸਟਰ ਨੇ ਲਿਆ, ਜਾਂ ਕਿਹਨੇ ਲਿਆ? ਉਹਨਾਂ ਨੂੰ ਕਿਹਨੇ ਕਿਹਾ ਕਿ ਇਸ ਤਰ੍ਹਾਂ ਕਰ ਸਕਦੇ ਆ? ਇਹ ਇੱਕ ਸਵਾਲ ਹੈ। ਦੂਜਾ ਹੈਗਾ ਬਿਊਰੋਕ੍ਰੈਟਿਕ ਲੈਵਲ ਤੇ, ਜਿਨ੍ਹਾਂ ਨੇ ਸੀਐਮ ਨੂੰ ਪੁਸ਼ ਕੀਤਾ ਕਿ ਹਾਂ ਆਪਾਂ ਇਹ ਕਰਦੇ ਨੇ। ਤੀਸਰਾ ਹੈ ਇਹਦੇ ਕਾਨੂੰਨੀ ਪੇਚੀਦਗੀਆਂ ਦੇ ਉੱਤੇ। ਸੋ ਜਦੋਂ ਇਹ ਗੱਲ ਪੰਚਾਇਤਾਂ ਨੂੰ ਭੰਗ ਕਰਨ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ, ਉਸੇ ਦਿਨ ਹੀ ਮੁੱਖ ਮੰਤਰੀ ਨੇ 2 ਸੀਨੀਅਰ IAS ਅਧਿਕਾਰੀ DK ਤਿਵਾਰੀ ਤੇ ਗੁਰਪ੍ਰੀਤ ਖਹਿਰਾ ਨੂੰ ਨਿਲੰਬਿਤ ਕਰਤਾ, ਸਸਪੈਂਡ ਕਰਤਾ। ਤਾਂ ਉਸੇ ਟਾਈਮ ਹੀ ਅਫਸਰਸ਼ਾਹੀ 'ਚ ਇਹ ਗੱਲ ਸ਼ੁਰੂ ਹੋ ਗਈ ਸੀ ਵੀ ਅਫਸਰਾਂ ਨੂੰ ਹੀ ਕਿਉਂ, ਬਾਕੀਆਂ ਨੂੰ ਕਿਉਂ ਨਹੀਂ? ਇਹ ਇੱਕ ਤਰਫਾ ਕਾਰਵਾਈ ਕਿਉਂ ਹੋ ਰਹੀ ਹੈ? ਇਹ ਬਹੁਤ ਚਰਚਾ ਸੀਗੀ। ਉਹ ਇਸ ਕਰਕੇ ਵੀ ਸੀ ਵੀ ਇੱਕ ਤਾਂ ਨਾ ਤਾਂ ਏਜੀ ਨੇ ਕੇਸ ਲੜਿਆ ਪ੍ਰੋਪਰ, ਨਾ ਹੀ ਸਾਨੂੰ ਮਤਲਬ ਕਾਨੂੰਨੀ ਕੋਈ ਪੇਚੀਦਗੀਆਂ ਸਮਝਾਈਆਂ ਨੇ, ਤੇ ਇਹ ਸਾਰੀ ਚੀਜ਼ ਹੁਣ ਸਾਡੇ ਦੇ ਉੱਤੇ ਕਿਉਂ ਸਿੱਟਦੀ ਹੈ ਇਕੱਲੇ ਅਫਸਰਾਂ ਦੇ ਉੱਤੇ? ਤੇ ਉਹ ਵੀ ਇੰਨੇ ਸੀਨੀਅਰ ਜਿਹੜੇ ਅਫਸਰ ਨੇ ਉਹਨਾਂ ਨੂੰ ਮਤਲਬ ਸਸਪੈਂਡ ਕੀਤਾ। ਜੇ ਮੰਨ ਲਓ ਕੇਸ ਲੜਿਆ ਜਾਂਦਾ, ਉੱਥੇ ਹੋ ਸਕਦਾ ਗਵਰਨਮੈਂਟ ਹਾਰ ਜਾਂਦੀ। ਅੱਗੇ ਵੀ ਕਈ ਮਤਲਬ ਕੇਸ ਗਵਰਨਮੈਂਟਾਂ ਹਾਰਦੀਆਂ ਨੇ, ਪਰ ਘੱਟੋ ਘੱਟ ਇੱਕ ਮੈਸੇਜ ਜਾਂਦਾ ਕਿ ਹਾਂ ਗਵਰਨਮੈਂਟ ਲੜ ਰਹੀ ਹੈ। ਫਿਰ ਉਹ ਅੱਗੇ ਸੁਪਰੀਮ ਕੋਰਟ 'ਚ ਜਾਇਆ ਜਾ ਸਕਦਾ ਜਾਂ ਕਿਤੇ ਵੀ ਜਾਇਆ ਜਾ ਸਕਦੀ। ਉਹ ਇੱਕ ਮੈਸੇਜ ਵੀ ਕਹਿੰਦੇ ਅਸੀਂ ਦੇਣ 'ਚ ਮਤਲਬ ਸਫਲ ਨਹੀਂ ਹੋਏ, ਤਾਂ ਕਾਰਵਾਈ ਇੱਕ ਤਰਫਾ ਲੱਗਦੀ ਹੈ। ਤਾਂ ਮੈਨੂੰ ਜੋ ਲੱਗਦਾ ਕਿ ਜੋ ਹੁਣ ਏਜੀ ਨੂੰ ਹਟਾਉਣ ਦੀ ਇੱਕ ਜਿਹੜੀ ਉਹ ਕਵਾਇਦ ਸ਼ੁਰੂ ਹੋ ਗਈ ਹੈ, ਜਾਂ ਮਤਲਬ ਲਗਭਗ ਫੈਸਲਾ ਹੋ ਗਿਆ ਕਿ ਉਹ ਕਿਸੇ ਵੀ ਟਾਈਮ ਹਟਾਏ ਜਾ ਸਕਦੇ ਆ, ਉਹ ਉਸੇ ਦ੍ਰਿਸ਼ਟੀਕੋਣ ਚੋਂ ਲਿੱਤਾ ਹੋਇਆ ਫੈਸਲਾ ਹੈ। ਇਸ ਕਰਕੇ ਨਹੀਂ ਵੀ ਇਕੱਲਾ ਪੰਚਾਇਤਾਂ ਨੂੰ ਭੰਗ ਕਰਨਾ, ਹੋਰ ਵੀ ਕਈ ਇਸ਼ੂਜ਼ ਹੈਗੇ ਆ ਜਿਹਦੇ ਮਾਮਲੇ 'ਚ, ਚਾਹੇ ਉਹ ਡਰੱਗਸ ਦੇ ਮਾਮਲੇ ਹੋਣ, ਚਾਹੇ ਉਹ ਮਹਿਲਾ ਕਮਿਸ਼ਨ ਦਾ ਮਾਮਲਾ ਹੋਵੇ। ਇੰਦਰਪ੍ਰੀਤ ਜੀ, ਏਜੀ ਹਟਾਏ ਜਾ ਨਹੀਂ ਰਹੇ, ਉਹਨਾਂ ਨੂੰ ਹਟਾਇਆ ਜਾ ਚੁੱਕਿਆ, ਉਹਨਾਂ ਨੂੰ ਦੱਸਿਆ ਜਾ ਚੁੱਕਿਆ ਹੋਊਗਾ ਔਰ ਉਹਨਾਂ ਨੂੰ ਅਗਲੇ ਪ੍ਰਬੰਧਾਂ ਤੱਕ ਬਣੇ ਰਹਿਣ ਲਈ ਕਹਿਤਾ ਗਿਆ ਹੋਊਗਾ। ਜੇ ਕੋਈ ਹੋਰ ਕਿਸਮ ਦਾ ਏਜੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਅਸਤੀਫਾ ਦਿੰਦਾ ਕਿ ਤੁਸੀਂ ਨਹੀਂ, ਮੈਂ ਤੁਹਾਨੂੰ ਛੱਡਿਆ। ਲੇਕਿਨ ਕਿਉਂਕਿ ਸਰਕਾਰਾਂ ਨੇ, ਸਰਕਾਰਾਂ ਦੇ ਵਿੱਚ ਰਹਿੰਦਿਆਂ ਤੁਸੀਂ ਸਰਕਾਰਾਂ ਨਾਲ ਵਿਗਾੜਦੇ ਨਹੀਂ, ਤਾਂ ਮੈਨੂੰ ਲੱਗਦਾ ਕਿ ਵਿਨੋਦ ਕਈ ਸਾਹਿਬ ਨੇ ਉਹਨਾਂ ਦਾ ਹੁਕਮ ਪ੍ਰਵਾਨ ਕਰਕੇ ਅਗਲੇ ਹੁਕਮਾਂ ਤੱਕ ਰਹਿਣ ਦਾ ਫੈਸਲਾ ਕੀਤਾ ਹੋਊਗਾ ਔਰ ਸਰਕਾਰ ਤਲਾਸ਼ ਵਿੱਚ ਲੱਗੀ ਹੋਊਗੀ। ਹਾਲਾਂਕਿ ਅਸੀਂ ਦਿਨ ਵੇਲੇ ਯਤਨ ਕਰਾਂਗੇ ਵੀ ਸਮਝਣ ਦਾ ਕਿ ਕਿਹੜੇ ਕਿਹੜੇ ਲੋਕ ਇਹਦੇ 'ਚ ਇਸ ਲਾਈਨ 'ਚ ਲੱਗੇ ਹੋਣਗੇ ਨਵੇਂ ਏਜੀ ਬਣਦੀ। ਵੈਸੇ ਪੰਜਾਬ ਦੇ ਵਿੱਚ ਬਹੁਤੇ ਲੋਕ ਏਜੀ ਬਣਨ ਦੀ ਖਾਹਿਸ਼ ਪਾਲ ਵੀ ਨਹੀਂ ਰਹੇ। ਮੈਨੂੰ ਪਤਾ ਲੱਗਿਆ ਕਿ 2-3 ਨੂੰ ਨੌਕ ਕੀਤਾ ਗਿਆ, ਉਹਨਾਂ ਨੂੰ ਪੁੱਛਿਆ ਗਿਆ ਔਰ ਉਹਨਾਂ ਨੇ ਨਾ ਕੀਤੀ ਸਿੱਧੀ। ਚਲੋ ਇਹ ਵੀ ਜ਼ਿਕਰ ਕਰਾਂਗੇ। ਹਾਂਜੀ ਜੀ, ਤੇ ਇੱਕ ਤਾਂ ਇਹ ਮੈਨੂੰ ਲੱਗਦਾ ਕਿ ਇਹ ਉਹਦੇ ਵਿੱਚੋਂ ਨਿਕਲਿਆ ਹੋਇਆ ਫੈਸਲਾ ਵੀ ਘੱਟੋ ਘੱਟ ਇਹ ਜਾਏ ਵੀ ਸਰਕਾਰੀ ਪੱਧਰ ਤੇ ਜਿਹਦੇ ਕੋਲੋਂ ਵੀ ਕੁਤਾਹੀ ਹੋਈ ਹੈ, ਸਰਕਾਰ ਉਹਨੂੰ ਮਤਲਬ ਹਟਾਏਗੀ। ਸੋ ਪਹਿਲਾਂ ਜਿਵੇਂ ਜਿਹੜੇ ਅਫਸਰ ਹੈ ਉਹ ਸਸਪੈਂਡ ਕੀਤੇ, ਉਸ ਤੋਂ ਬਾਅਦ ਹੁਣ ਏਜੀ ਦਾ ਨੰਬਰ ਆ ਗਿਆ। ਪਰ ਹਜੇ ਵੀ ਸਵਾਲ ਉੱਥੇ ਹੀ ਹੈ ਕਿ ਮਿਨਿਸਟਰ ਦਾ ਕੀ? ਮਿਨਿਸਟਰ ਵੀ ਤਾਂ ਇਨਵੋਲਵ ਹੈ ਨਾ ਇਹਦੇ ਵਿੱਚ, ਤਾਂ ਮਿਨਿਸਟਰ ਦਾ ਕੀ ਮਹਿਕਮਾ ਬਦਲਿਆ ਜਾਏਗਾ ਕਿ ਨਹੀਂ, ਇਹ ਵੀ ਹਜੇ ਸਵਾਲ ਉਸੇ ਤਰ੍ਹਾਂ ਹੀ ਖੜਾ ਹੈ। ਚਲੋ ਇਹਦੇ 'ਚ ਵੀ ਮਤਲਬ ਮੈਨੂੰ ਹੋ ਸਕਦਾ ਕਿ ਸਰਕਾਰ ਕਿਸੇ ਪੱਧਰ ਤੇ ਇਸ ਤੇ ਅੱਗੇ ਵੀ ਵਧੇ। ਤਾਂ ਦੂਜਾ ਇਹ ਗੱਲ ਵੀ ਇਕੱਲਾ ਇਹੀ ਨਹੀਂ ਸੀਗਾ। ਦੇਖੋ, ਬਹੁਤ ਸਾਰੇ ਇਹ ਕੇਸਿਸ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਪੰਚਾਇਤਾਂ ਵਾਲਾ ਇੱਕ ਮਾਮਲਾ ਆਪਾਂ ਅਲੱਗ ਵੀ ਰੱਖ ਦਈਏ, ਉਸ ਤੋਂ ਇਲਾਵਾ ਵੀ ਚਾਹੇ ਡਰੱਗਸ ਦੇ ਮਾਮਲੇ ਹੋਣ, ਚਾਹੇ ਡੇਰਾ ਪ੍ਰਮੁੱਖ ਨਾਲ ਸੰਬੰਧਿਤ ਮਾਮਲਾ ਹੋਵੇ ਉਹਨਾਂ ਦਾ, ਜਾਂ ਆਸ਼ੂ ਵਾਲਾ ਮਾਮਲਾ ਹੋਵੇ, ਜਾਂ ਕੀ ਨਾਮ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਲਗਾਉਣ ਦਾ ਫਿਰ ਉਸੇ ਤਰ੍ਹਾਂ ਹੀ ਹਟਾਉਣ ਦਾ, ਵਾਪਸ ਲੈਣ ਦਾ ਆਰਡਰ, ਇਹ ਵਾਲਾ ਮਾਮਲਾ ਹੋਵੇ। ਇੱਕ ਉਹਨਾਂ ਦਾ ਨਿੱਜੀ ਵੀ ਹੈ, ਜਿਹੜਾ ਤੁਹਾਨੂੰ ਯਾਦ ਹੋਊਗਾ ਇੱਕ ਵੀਡੀਓ ਆਇਆ ਸੀ ਸਾਹਮਣੇ ਇੱਕ ਲੇਡੀ ਦਾ ਕਿ ਉਹਦੀ ਭੈਣ ਨਾਲ ਯੌਨਾਚਾਰ ਹੋਇਆ ਹੈ, ਪਰ ਸਰਕਾਰ ਨੇ ਉਸ ਤੇ ਉਹਦੇ ਵਿੱਚ ਇਸ ਕਰਕੇ ਨਹੀਂ ਸੀ ਗਈ ਕਿ ਉਹ ਪਿਓਰਲੀ ਇੱਕ ਨਿੱਜੀ ਮਾਮਲਾ ਹੈ, ਕਿਸੇ ਇੱਕ ਵਿਅਕਤੀ ਦਾ ਇੱਕ ਨਿੱਜੀ ਮਾਮਲਾ ਹੈ।
ਸੋ ਸਾਨੂੰ ਉਹਦੇ 'ਚ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਤੋ ਇਸ ਕਰਕੇ ਉਹ ਨਹੀਂ ਗਏ। ਪਰ ਜਦੋਂ ਇਹਨਾਂ ਸਾਰਿਆਂ ਨੂੰ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਤਾਂ ਫਿਰ ਲੱਗਦਾ ਕਿ ਯਾਰ ਹਰ ਥਾਂ ਤੇ ਮਤਲਬ ਕਿਰਕਰੀ ਹੋ ਰਹੀ ਹੈ। ਇਹ ਨਾਲੋਂ ਅੱਛਾ ਕਿ ਏਜੀ ਨੂੰ ਬਦਲ ਹੀ ਦਿੱਤਾ ਜਾਏ। ਸੋ ਮੈਨੂੰ ਲੱਗਦਾ ਕਿ ਸਰਕਾਰ ਉਸ ਡਿਸੀਜਨ ਤੇ ਹੁਣ ਪਹੁੰਚ ਗਈ ਹੈ ਜਦੋਂ ਏਜੀ ਨੂੰ ਬਦਲਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇੰਦਰਪ੍ਰੀਤ ਜੀ, ਜਦੋਂ ਇਹ ਮਾਮਲਾ ਇੱਕ ਲੜਕੀ ਵੱਲੋਂ ਇਲਜ਼ਾਮ ਲਾਇਆ ਗਿਆ ਸੀ ਕਿ ਉਹਦੀ ਭੈਣ ਜਾਂ ਏਜੀ ਸਾਹਿਬ ਦੇ ਸਬੰਧਾਂ ਨੂੰ ਲੈ ਕੇ, ਤਾਂ ਇਹ ਮੰਨਿਆ ਗਿਆ ਸੀਗਾ ਕਿ ਦੋਨੇ ਬਾਲਗ ਨੇ ਔਰ ਜਿੰਨਾ ਚਿਰ ਕੋਈ ਇੰਡੀਵਿਜੂਅਲ ਕੋਈ ਕੰਪਲੇਂਟ ਨਹੀਂ ਦਿੰਦਾ, ਖਾਸ ਤੌਰ ਤੇ ਜਿਹਦੇ ਨਾਲ ਜ਼ਿਆਦਤੀ ਹੋਈ ਆ, ਇਹ ਸਹਿਮਤੀ ਦੇ ਮਾਮਲੇ ਨੇ ਜਾਂ ਇਹਨਾਂ ਦੇ ਉੱਤੇ ਨੈਤਿਕ ਆਧਾਰਾਂ ਤੇ ਗੱਲ ਹੋਵੇ, ਇਹ ਗੱਲਾਂ ਹੋਈਆਂ। ਲੇਕਿਨ ਅਲਟੀਮੇਟਲੀ ਇਹ ਗੱਲ ਮਿੱਟੀ ਘੱਟੇ ਪੈ ਗਈ। ਹੁਣ ਸਵਾਲ ਇਸ ਗੱਲ ਦਾ ਹੈ ਕਿ ਸਰਕਾਰ ਕੋਈ ਵੀ ਕੰਮ ਬਹੁਤ ਦੇਰੀ ਨਾਲ ਕਿਉਂ ਕਰਦੀ। ਜਿਸ ਦਿਨ ਵਿਨੋਦ ਘਈ ਸਾਹਿਬ ਦੀ ਨਿਯੁਕਤੀ ਹੁੰਦੀ ਆ, ਉਸੇ ਦਿਨ ਰੌਲਾ ਪੈ ਗਿਆ ਸੀ ਕਿ ਨੈਤਿਕਤਾ ਦੇ ਆਧਾਰ ਤੇ, ਅਖਲਾਕ ਦੇ ਆਧਾਰ ਤੇ ਜਦੋਂ ਸਰਕਾਰ ਵੱਲੋਂ ਇਹ ਕੇਸ ਲੜਨਗੇ ਤਾਂ ਇਹ ਆਪਣੇ ਪੁਰਾਣੇ ਕਲਾਇੰਟ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਦੇ ਨਜ਼ਰੀਏ ਤੋਂ ਕਿਵੇਂ ਪੇਸ਼ ਹੋਣਗੇ। ਸੋ ਉਦੋਂ ਵੀ ਇਹ ਮਾਮਲਾ ਹੋਇਆ ਸੀ ਕਿ ਤੁਸੀਂ ਨਿਯੁਕਤੀ ਕਰਨ ਤੋਂ ਪਹਿਲਾਂ ਕਿਉਂ ਨਹੀਂ ਸੋਚਦੇ। ਫਿਰ ਇਹ ਵੀ ਮਾਮਲਾ ਆਉਂਦਾ ਹੈ ਕਿ ਜਦੋਂ ਕੋਈ ਗਲਤੀ ਹੁੰਦੀ ਆ ਤਾਂ ਗਲਤੀ ਤੇ ਤੁਰੰਤ ਬਾਅਦ ਤੁਸੀਂ ਤੁਰੰਤ ਫੈਸਲਾ ਕਿਉਂ ਨਹੀਂ ਲੈਂਦੇ। ਇੰਨੀ ਕਿਰਕਰੀ ਕਰਾਉਣ ਤੋਂ ਬਾਅਦ ਹੁਣ ਏਜੀ ਨੂੰ ਜੇ ਉਹਨਾਂ ਮਾਮਲਿਆਂ 'ਚ ਤੁਰੰਤ ਬਦਲਿਆ ਹੁੰਦਾ, ਏਜੀ ਨੂੰ ਜੇ ਉਦੋਂ ਕਹਿ ਦਿੱਤਾ ਗਿਆ ਹੁੰਦਾ ਕਿ ਤੁਸੀਂ ਵੱਖ ਹੋ ਜਾਓ ਉਹਦੇ ਨਾਲੋਂ ਆਪਣੇ ਆਪ, ਜਦੋਂ ਉਹਨਾਂ ਤੇ ਦੋਸ਼ ਲੱਗ ਰਹੇ ਸੀ, ਔਰ ਜਦੋਂ ਤੁਹਾਡੀ ਗੱਲ ਠੀਕ ਹੈ ਕਿ ਜਿਸ ਦਿਨ ਇਹ ਸਸਪੈਂਡ ਕੀਤੇ 2 IAS, ਜੇ ਉਸੇ ਦਿਨ ਏਜੀ ਸਾਹਿਬ ਨੂੰ ਕਿਹਾ ਜਾਂਦਾ ਕਿ ਤੁਸੀਂ ਵੀ ਜੀ ਹੁਣ ਆਪਣੇ ਅਹੁਦੇ ਤੋਂ ਬਣੇ ਨਾ ਰਹੋ, ਤੇ ਉਹ ਆਪੇ ਰਿਜ਼ਾਈਨ ਕਰ ਜਾਂਦੇ। ਜੇ ਕੋਈ ਪੋਲੀਟੀਕਲ ਨਿਭਾਉਣੀਆਂ ਹੁੰਦੀਆਂ ਸਾਂਝਾ ਮੀਤਾਂ, ਅੱਗੇ ਬੰਦੇ ਵਰਤਨੇ ਹੋਣ ਤਾਂ। ਸੋ ਭਾਸਕਰ ਸਾਹਿਬ, ਇਹ ਬੜਾ ਵੱਡਾ ਸਵਾਲ ਆ ਕਿ ਆਖਰ ਪੰਜਾਬ ਦੇ ਵਿੱਚ ਏਜੀ ਦਫ਼ਤਰ ਚਰਚਾ 'ਚ ਕਿਉਂ ਰਹਿੰਦਾ ਹੈ। ਰੰਧਾਵਾ ਜੀ, ਪੰਜਾਬ ਦੇ ਵਿੱਚ ਏਜੀ ਦਫ਼ਤਰ ਬੜੇ ਸਿਗਨੀਫੀਕੈਂਟ ਤੇ ਰੈਲੇਵੈਂਟ ਹੁੰਦੇ ਸੀ। ਔਰ ਅਕਾਲੀਆਂ ਦੇ ਰਾਜ ਦੇ ਵਿੱਚ ਤੁਹਾਨੂੰ ਯਾਦ ਹੋਏਗਾ HS ਮੱਤੇਵਾਲ ਸਾਹਿਬ, ਉਹਨਾਂ ਦੀ ਰੁਤਬਾ ਕਹਿ ਲਓ, ਉਹਨਾਂ ਦੀ ਚਲਦੀ ਕਹਿ ਲਓ, ਉਹ ਮੰਤਰੀਆਂ ਤੋਂ ਵੀ ਜ਼ਿਆਦਾ ਸੀਗੇ। ਮੰਤਰੀਆਂ ਨੂੰ ਕਈ ਵਾਰ ਮੁੱਖ ਮੰਤਰੀ ਟਾਈਮ ਨਹੀਂ ਦਿੰਦੇ ਸੀ, ਪਰ ਏਜੀ ਆਫਿਸ ਜਾਂ ਏਜੀ ਦਾ ਮੁੱਖ ਮੰਤਰੀ ਦੇ ਦਫ਼ਤਰ 'ਚ ਜਾਣਾ ਤਕਰੀਬਨ ਇੱਕ ਆਮ ਜੀ ਗੱਲ ਸੀ। ਅਤੁਲ ਨੰਦਾ ਉਹਨਾਂ ਜਦੋਂ ਤੋਂ ਏਜੀ ਬਣੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਾਸ ਮੰਨੇ ਜਾਂਦੇ ਸੀ। ਅਤੁਲ ਨੰਦਾ ਉਹਨਾਂ ਨੂੰ ਪਿਕ ਕੀਤਾ ਸੀਗਾ। ਰਿਜ਼ਾਈਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ, ਨਾਲ ਦੇ ਨਾਲ ਅਤੁਲ ਨੰਦਾ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਸੀਗੇ ਤਦ ਤੱਕ ਮੈਂ ਸੀ, ਔਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਰਿਜ਼ਾਈਨ ਦੇ ਰਿਹਾ। ਉਸ ਤੋਂ ਪਹਿਲੇ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸੁਨੀਲ ਜਾਖੜ ਜਿਹੜੇ ਇਹ PPCC ਪ੍ਰਧਾਨ ਸੀਗੇ, ਉਹਨਾਂ ਨੇ ਅਤੁਲ ਨੰਦਾ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ, ਉਹਨਾਂ ਦੇ ਲੜੇ ਹੋਏ ਕੇਸਾਂ ਨੂੰ ਲੈ ਕੇ ਕਈ ਵਾਰ ਸਵਾਲ ਉਠਾਏ ਸੀ, ਪਰ ਉਹਨਾਂ ਤੋਂ ਕਦੀ ਰੈਜ਼ਿਗਨੇਸ਼ਨ ਨਹੀਂ ਮੰਗਿਆ ਗਿਆ ਸੀ। ਪਰ ਉਸ ਤੋਂ ਬਾਅਦ ਜਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ, ਤਦ ਤੋਂ ਲੈ ਕੇ ਅੱਜ ਤੱਕ ਏਜੀ ਆਫਿਸ ਦੇ ਉੱਤੇ ਇੱਕ ਤਰੀਕੇ ਨਾਲ ਪੋਲੀਟੀਕਲ ਵਿਵਾਦ ਰਿਹਾ ਹਮੇਸ਼ਾ, ਕਿਉਂਕਿ ਜਦ ਨਵੇਂ ਏਜੀ ਲਾਏ ਜਾਂਦੇ ਨੇ, ਨਵਜੋਤ ਸਿੰਘ ਸਿੱਧੂ ਇਸ ਕਰਕੇ ਰਿਜ਼ਾਈਨ ਕਰ ਦਿੰਦੇ ਨੇ। DGP ਔਰ ਏਜੀ ਉਹਨਾਂ ਨੂੰ ਅਗਰ ਨਹੀਂ ਬਦਲਿਆ ਗਿਆ ਤਾਂ ਉਹ PPCC ਦੇ ਪ੍ਰਧਾਨਗੀ ਤੋਂ ਰਿਜ਼ਾਈਨ ਤੱਕ ਕਰ ਦਿੰਦੇ ਨੇ। ਉਹ ਤਦ ਤੋਂ ਲੈ ਕੇ ਅੱਜ ਤੱਕ ਹਰ ਏਜੀ ਇੱਕ ਨਾ ਇੱਕ ਜਾਂ ਕਿਸੇ ਨਾ ਕਿਸੇ ਕੰਟਰੋਵਰਸੀ 'ਚ ਰਹੇ ਨੇ। ਹੁਣ ਵਿਨੋਦ ਘਈ ਉਹਨਾਂ ਦੀ ਵਾਰੀ ਹੈਗੀ ਹੈ। ਇਹ ਪਹਿਲਾ ਟਾਈਮ ਨਹੀਂ ਹੈ ਜਦ ਵਿਨੋਦ ਘਈ ਉਹਨਾਂ ਕਿਸੇ ਇਸ ਤਰੀਕੇ ਦੀ ਕੰਟਰੋਵਰਸੀ 'ਚ ਆਉਣ। ਹੁਣ ਮਾਮਲਾ ਭਾਵੇਂ ਪੰਚਾਇਤ ਇਲੈਕਸ਼ਨ ਦੇ ਭੰਗ ਕਰਨ ਦੀ ਨੋਟੀਫਿਕੇਸ਼ਨ ਦਾ ਹੈ, ਪਰ ਉਸ ਮੁੱਦੇ ਦੇ ਉੱਤੇ ਅਸ਼ੋਕ ਅਗਰਵਾਲ ਦੀ ਵੀ ਗੱਲ ਆਈ ਸੀ। ਅਸ਼ੋਕ ਅਗਰਵਾਲ ਨੂੰ ਅਪਾਇੰਟ ਕਿਹਨੇ ਕੀਤਾ ਸੀ? ਜਿਨ੍ਹਾਂ ਨੇ ਆਪਣੀ ਰਾਏ ਪੰਚਾਇਤ ਇਲੈਕਸ਼ਨਾਂ ਦੀ ਨੋਟੀਫਿਕੇਸ਼ਨ ਯਾਨੀ ਉਹਨਾਂ ਨੂੰ ਭੰਗ ਕਰਨ ਦੀ ਨੋਟੀਫਿਕੇਸ਼ਨ ਦੇ ਉੱਤੇ ਆਪਣੀ ਰਾਏ ਦਿੱਤੀ ਸੀ। ਉਹ ਰਾਏ ਵੀ ਲਿਖਿਤ ਤੌਰ ਤੇ ਉਸ ਫਾਈਲ ਦੇ ਵਿੱਚ ਨਹੀਂ ਸੀ। ਇਹ ਗੱਲਾਂ ਚੱਲਣ ਤੋਂ ਬਾਅਦ ਏਜੀ ਆਫਿਸ ਦੇ ਉੱਤੇ ਗਾਜ ਗਿਰਨੀ ਲਗਭਗ ਤੈਅ ਤੇ ਸੀਗੀ, ਪਰ ਕੱਲ ਇਹਦਾ ਫੈਸਲਾ ਹੋ ਗਿਆ, ਮੈਸੇਜ ਦੇ ਦਿੱਤਾ ਗਿਆ। ਹੁਣ ਨਵੇਂ ਏਜੀ ਦੀ ਤਲਾਸ਼ ਹੈ। ਤੁਹਾਡੇ ਕੋਲ ਵੀ ਕੋਈ ਹੋਣ ਤੇ ਇੱਕ ਰਿਕਮੈਂਡ ਕਰ ਦਿਓ, ਕਿਉਂਕਿ ਸਰਕਾਰ ਬੜੇ ਜ਼ਬਰਦਸਤ ਤਰੀਕੇ ਨਾਲ ਨਵੇਂ ਏਜੀ ਦੀ ਤਲਾਸ਼ ਕਰ ਰਹੀ। ਨਹੀਂ ਸਰਕਾਰ ਬੜੇ ਜ਼ਬਰਦਸਤ ਤਰੀਕੇ ਨਾਲ ਪੰਗੇ 'ਚ ਆ ਵੀ ਬੰਦਾ ਕਿਹੜਾ ਲੱਭ ਕੇ ਲਾਇਆ ਜਾਵੇ। ਮੈਨੂੰ ਤਾਂ ਲੱਗਦਾ ਵੀ ਕੋਈ ਜ਼ਿਲ੍ਹਿਆਂ 'ਚ ਬੈਠੇ ਬੰਦੇ ਵੀ ਚੰਡੀਗੜ੍ਹ ਜਿਹੜੇ ਜਾਣਾ ਚਾਹੁੰਦੇ ਹੋਣ ਉਹ ਵੀ ਅਪਲਾਈ ਕਰ ਸਕਦੇ। ਕੋਈ ਪਤਾ ਹੁੰਦਾ ਕਿਸੇ ਵੇਲੇ ਦਾ ਲੱਗ ਜੇ, ਕਿਉਂਕਿ ਏਜੀ ਦਫ਼ਤਰ ਪਿਛਲੇ ਸਮਿਆਂ 'ਚ ਲੜਦੇ ਤਾਂ ਇੰਦਰਪ੍ਰੀਤ ਜੀ ਨਜ਼ਰ ਨਹੀਂ ਆਉਂਦੇ। ਏਜੀ ਦਾ ਤਾਂ ਚਿਹਰਾ ਹੀ ਵਿਖਾਉਣਾ ਹੈ, ਬੰਦੇ ਤੇ ਬਾਹਰੋਂ ਹੀ ਹਾਇਰ ਕਰਨੇ, ਕੋਈ ਦਿੱਲੀ ਤੋਂ ਕਰਨਾ ਹੈ ਤੇ ਕੋਈ ਚੰਡੀਗੜ੍ਹ 'ਚੋਂ ਕਰਨਾ ਹੈ। ਖੈਰ, ਮੈਂ ਇੱਕ ਵਾਰੀ ਲਾਸਟ ਗੱਲ ਇੰਦਰਪ੍ਰੀਤ ਜੀ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ। ਮੱਤੇਵਾਲ ਸਾਹਿਬ ਦਾ ਜ਼ਿਕਰ ਕੀਤਾ ਭਾਸਕਰ ਸਾਹਿਬ ਨੇ। ਮੱਤੇਵਾਲ ਸਾਹਿਬ ਦੀ ਅਕਸਰ ਸ਼ਿਕਾਇਤ ਮੰਤਰੀ ਲਾ ਦਿੰਦੇ ਹੁੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਕੋਲੋਂ ਵੀ ਸਾਨੂੰ ਜੀ ਦੇਖੋ ਤਾਂ ਮਿਲਣ ਦਾ ਹੀ ਨਹੀਂ ਸਮਾਂ ਦਿੰਦੇ ਜੀ, ਸਾਨੂੰ ਕੋਈ ਰਾਏ ਚਾਹੀਦੀ ਹੁੰਦੀ ਹੈ ਤਾਂ ਸਾਨੂੰ ਵੇਟ ਬੜੀ ਕਰਨੀ ਪੈਂਦੀ। ਤਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਛੱਡੋ ਜੀ ਕਾਕਾ ਜੀ, ਛੱਡੋ ਜੀ, ਉਹ ਤਾਂ ਜੀ ਉਹਨਾਂ ਕੋਲ ਕੰਮ ਬੜਾ ਜੀ, ਤੁਸੀਂ ਵੇਟ ਕਰ ਲਿਆ ਕਰੋ ਜੀ। ਸੋ ਮੱਤੇਵਾਲ ਸਾਹਿਬ ਦਾ ਆਪਣਾ ਇੱਕ ਔਰਾ ਸੀਗਾ
ਜਿਹਨੇ ਏਜੀ ਦਫ਼ਤਰ ਦੇ ਰੁਤਬੇ ਨੂੰ, ਜਿਵੇਂ ਟੌੜਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਵੱਡਾ ਕਰਤਾ, ਇਸੇ ਤਰ੍ਹਾਂ ਮੱਤੇਵਾਲ ਸਾਹਿਬ ਨੇ ਵੀ ਏਜੀ ਦਫ਼ਤਰ ਦੀ ਜਿਹੜੀ ਗਰਿਮਾ ਸੀ ਉਹਨੂੰ ਵਧਾਇਆ। ਪਰ ਜਦੋਂ ਅਤੁਲ ਲੰਧਾ ਆਏ ਤੇ ਉਦੋਂ ਚਰਚਾ ਬੜੀ ਹੋਰ ਤਰ੍ਹਾਂ ਦੀ ਸ਼ੁਰੂ ਹੋ ਗਈ। ਦੌਰ ਕਈ ਮਹਿਫਲਾਂ ਦੇ, ਪਾਰਟੀਆਂ ਤੇ, ਉਹਨਾਂ ਨੇ ਬਾਹਰੋਂ ਬੰਦੇ ਹਾਇਰ ਕਰਨ ਦੀ ਕਵਾਇਦ, ਔਰ ਉਹ ਸਾਰੇ ਮਾਮਲੇ। ਇੰਦਰਪ੍ਰੀਤ ਜੀ, ਤੁਸੀਂ ਤਾਂ ਸੱਤਾ ਦੇ ਗਲਿਆਰਿਆਂ 'ਚ ਰਹਿੰਦੇ ਹੋ, ਕਦੇ ਏਜੀ ਦਫ਼ਤਰ ਦੀ ਵਰਕਿੰਗ ਦੇ ਉੱਤੇ ਵੀ ਸਾਡੀ ਝਾਤ ਪਵਾ ਦਿਓ। ਜਿਹੜੀ ਤੁਸੀਂ ਗੱਲ ਕੀਤੀ ਕਿ ਇਸ ਕੇਸ ਨੂੰ ਪਾਰਟਿਕੂਲਰ ਇਸ ਕੇਸ ਦੀ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਕਿ ਜਦੋਂ ਇਹ ਕੇਸ ਆਇਆ ਤਾਂ ਉਦੋਂ ਬਹੁਤ ਸਾਰੇ ਬੰਦਿਆਂ ਨੂੰ, ਇਹ ਜਿਹੜੇ ਸਾਬਕਾ ਏਜੀ ਹੈਗੇ ਨੇ, ਜਿਹੜੇ ਵੀ ਕੰਟਰੋਵਰਸੀ 'ਚ ਰਹੇ ਨੇ, ਉਹਨਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਇਹ ਫੋਨ ਕਰ ਕਰਕੇ ਕਿਹਾ ਵੀ ਜਦੋਂ ਤਾਂ ਸਾਡੇ ਤੋਂ ਕੋਈ ਗਲਤੀ ਹੁੰਦੀ ਸੀ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਦੀ ਕਹਿ ਦਿੰਦੀਆਂ ਸੀ ਵੀ ਏਜੀ ਅਸਤੀਫਾ ਦੇਵੇ, ਏਜੀ ਅਸਤੀਫਾ ਦੇਵੇ, ਵੀ ਹੁਣ ਕਿਉਂ ਕੋਈ ਅਸਤੀਫਾ ਨਹੀਂ ਮੰਗ ਰਿਹਾ ਹੈਗਾ। ਤੋ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਏਜੀ ਦਫ਼ਤਰ ਤਾਂ ਹਮੇਸ਼ਾ ਤੋਂ ਹੀ ਕੰਟਰੋਵਰਸੀ 'ਚ ਰਿਹਾ। ਪਰ ਭਾਸਕਰ ਸਾਹਿਬ ਦੀ ਇੱਕ ਮੈਂ ਕਰੈਕਸ਼ਨ ਭਾਸਕਰ ਸਾਹਿਬ ਦੀ ਸਟੇਟਮੈਂਟ 'ਚ ਵੀ ਕਰਦਾ, ਅਸ਼ੋਕ ਅਗਰਵਾਲ ਨੇ ਕਦੇ ਹਜੇ ਕੋਈ ਇਸ 'ਚ ਦਿੱਤੀ ਨਹੀਂ ਸੀ ਰਾਏ, ਕਿਉਂਕਿ ਉਹਨਾਂ ਨੂੰ ਤਾਂ ਸੇਮ ਡੇ ਹੀ ਪੇਸ਼ ਕਰਵਾਇਆ ਗਿਆ ਸੀ ਤੇ ਉਹਨਾਂ ਨੇ ਇਹੀ ਕਹਿ ਕੇ ਮਤਲਬ 3 ਦਿਨ ਦਾ ਸਮਾਂ ਮੰਗਿਆ ਸੀ ਵੀ ਮੈਂ ਤਾਂ ਅੱਜ ਹੀ ਪੇਸ਼ ਹੋਇਆ, ਫਾਈਲ ਮੈਨੂੰ ਅੱਜ ਹੀ ਮਿਲੀ ਹੈ, ਤਾਂ ਮੈਨੂੰ 2-3 ਦਿਨ ਪੜ੍ਹਨ ਦਾ ਟਾਈਮ ਦਿਓ, ਉਸ ਤੋਂ ਬਾਅਦ ਫਿਰ ਮੈਂ ਇਸ ਤੇ ਆਪਣੀ ਰਾਏ ਦਊਂਗਾ। ਜਦੋਂ ਫਿਰ 3 ਦਿਨ ਦਾ ਟਾਈਮ ਦਿੱਤਾ ਸੀ ਕੋਰਟ ਨੇ ਤਾਂ ਉਹ ਇਸੇ ਕਰਕੇ ਦਿੱਤਾ ਸੀ, ਲੇਕਿਨ ਅਗਲੀ ਵਾਰ ਫਿਰ ਉਹਨਾਂ ਨੂੰ ਪੇਸ਼ ਹੀ ਨਹੀਂ ਕਰਾਇਆ ਗਿਆ। ਸੋ ਇਹ ਥੋੜੀ ਜਿਹੀ ਕਰੈਕਸ਼ਨ ਹੈ ਇਹਦੇ 'ਚ ਕਿ ਉਹਨਾਂ ਨੇ ਆਪਣੀ ਹਜੇ ਰਾਏ ਦਿੱਤੀ ਨਹੀਂ। ਇੰਦਰਪ੍ਰੀਤ ਜੀ, ਹੁਣ ਮਾਮਲਾ ਜਿਹੜਾ ਐਕਚੁਅਲੀ ਮੈਨੂੰ ਲੱਗਦਾ ਕਿ ਇਹਨੂੰ ਸਮਝਣਾ ਨਾ, ਏਜੀ ਦਫ਼ਤਰ ਦੀ ਵਰਕਿੰਗ ਨੂੰ ਸਮਝਣਾ, ਮੁੱਖ ਮੰਤਰੀ ਦਫ਼ਤਰ ਦੀ ਵਰਕਿੰਗ ਨੂੰ ਸਮਝਣਾ, ਸਰਕਾਰ ਦੇ ਤਰੀਕਾਕਾਰਾਂ ਨੂੰ ਸਮਝਣਾ, ਇਹ ਬੜਾ ਅਹਿਮ ਆ। ਹੁਣ ਸਰਕਾਰ ਨੇ ਫੈਸਲਾ ਲੈ ਲਿਆ ਕਿ ਅਸੀਂ 2 IAS ਅਫਸਰ ਸਸਪੈਂਡ ਕਰਤੇ ਜਿਨ੍ਹਾਂ ਨੇ ਟੈਕਨੀਕੈਲਿਟੀਜ਼ ਨਹੀਂ ਦੇਖੀਆਂ, ਸਰਕਾਰ ਨੂੰ ਗੁੰਮਰਾਹ ਕੀਤਾ, ਇਹਨਾਂ ਨੇ ਠੀਕ ਤਰੀਕੇ ਨਾਲ ਹਰ ਤੱਥ ਕਿਉਂ ਨਹੀਂ ਖੰਗਾਲਿਆ, ਬਣਦਾ ਵੀ ਸੀ। ਤੇ ਹੁਣ ਉਹਨਾਂ ਨੇ ਏਜੀ ਦਫ਼ਤਰ ਦੀ ਬਲੀ ਲੈ ਲਈ। ਸਵਾਲ ਇਸ ਗੱਲ ਤੇ ਆ ਕਿ ਇਹ ਸਾਰਾ ਮਾਮਲਾ ਪੈ ਗਿਆ ਚੀਫ ਸੈਕਟਰੀ ਦੇ ਮੋਢਿਆਂ ਤੇ ਕਿ ਹੁਣ ਤੁਸੀਂ ਕੇਂਦਰ ਦੇ ਉਸ ਸੰਬੰਧਿਤ ਵਿਭਾਗ ਨੂੰ ਇਹਨਾਂ 2 IAS ਅਫਸਰਾਂ ਦੀ ਸਸਪੈਂਸ਼ਨ ਸੰਬੰਧੀ ਬਿਊਰਾ ਭੇਜਣਾ, ਜਿਨ੍ਹਾਂ ਨੇ ਅੱਗੋਂ ਮਹੀਨੇ ਦੇ ਵਿੱਚ ਜਾਂ ਤਾਂ ਪ੍ਰਵਾਨਗੀ ਦੇਣੀ ਆ ਤੇ ਜਾਂ ਨਹੀਂ ਦੇਣੀ ਆ। ਸੋ ਮੈਂ ਤੁਹਾਡੇ ਤੋਂ ਇਹ ਸਮਝਣਾ ਹੈ ਕਿ ਚੀਫ ਸੈਕਟਰੀ ਸਾਹਿਬ ਨੇ, ਮੁੱਖ ਪ੍ਰਮੁੱਖ ਸਕੱਤਰ ਸਾਹਿਬ ਨੇ ਕੀ ਲਿਖ ਕੇ ਭੇਜਿਆ ਜੀ, ਕਿ 2 IAS ਅਫਸਰਾਂ ਦੇ ਜਿੰਨੇ ਵੀ ਵੇਰਵੇ ਨੇ ਕਿ ਇਹਨਾਂ ਦੀ ਆਹ ਗਲਤੀ ਇਹਦੇ ਕਰਕੇ ਅਸੀਂ ਸਸਪੈਂਡ ਕੀਤਾ, ਤਰਕ ਸੰਗਤ ਨੇ। ਹੁਣ ਜਦੋਂ ਏਜੀ ਦੀ ਵੀ ਜ਼ਿੰਮੇਵਾਰੀ ਫਿਕਸ ਹੋ ਗਈ ਤਾਂ ਅਗਲੇ ਤਾਂ ਕਹਿਣਗੇ ਜੀ ਅਸੀਂ ਤਾਂ ਠੀਕ ਸੀ, ਏਜੀ ਦਫ਼ਤਰ ਦੀ ਠੀਕ ਸਲਾਹ ਨਹੀਂ ਸੀ। ਹੁਣ ਇਹ ਕਿਵੇਂ ਮਤਲਬ ਦਲੀਲ ਪੂਰਵਕ ਕਿਵੇਂ ਚੀਫ ਸੈਕਟਰੀ ਸਾਹਿਬ ਨੇ ਕੇਂਦਰ ਨੂੰ ਕੇਸ ਭੇਜਿਆ ਜੀ? ਰੰਧਾਵਾ ਸਾਹਿਬ, ਇਹਦੇ 'ਚ ਇੱਕ ਮੈਂ ਗੱਲ ਹੋਰ ਕਰਨੀ ਹੈ, ਇਹਦੇ ਨਾਲ ਹੀ ਕਿਉਂਕਿ ਰੈਲੀਵੈਂਟ ਹੈ ਇਹਦੇ ਉਹ ਇਹ ਹੈਗੀ ਹੈ ਵੀ ਏਜੀ ਔਰ LR ਦਾ ਦਫ਼ਤਰ ਦਾ ਅਲੱਗ-ਅਲੱਗ ਕੰਮ ਹੈ। ਦੇਖੋ ਅਜੇ ਤੱਕ ਅਸੀਂ ਏਜੀ ਦਫ਼ਤਰ ਨੂੰ ਤਾਂ ਕਟਗਰੇ 'ਚ ਖੜਾ ਕੀਤਾ ਹੋਇਆ, ਪਰ LR ਨੂੰ ਨਹੀਂ ਕੀਤਾ ਹੋਇਆ। LR ਦੇ ਉੱਤੇ ਹਜੇ ਤੱਕ ਕਿਸੇ ਨੇ ਕੋਈ ਟਿੱਪਣੀ ਵੀ ਨਹੀਂ ਕੀਤੀ ਜੀ। ਜਦੋਂ ਕੋਈ ਚੀਜ਼ ਤਿਆਰ ਹੁੰਦੀ ਹੈ, ਮਤਲਬ ਕਿ ਜਦੋਂ ਵੀ ਕੋਈ ਕੇਸ ਤਿਆਰ ਹੁੰਦੇ ਨੇ ਆਫਿਸ ਲੈਵਲ ਤੋਂ, ਤਾਂ ਅਗਰ ਕੋਈ ਕਾਨੂੰਨੀ ਰਾਏ ਚਾਹੀਦੀ ਹੈ ਤਾਂ ਉਹ ਕੇਸ LR ਕੋਲੇ ਜਾਂਦੇ ਆ। ਯਾਨੀ ਕਿ ਜਦੋਂ ਇਹ ਕੇਸ ਤਿਆਰ ਕੀਤਾ ਗਿਆ ਹੋਊਗਾ ਕਿ ਪੰਚਾਇਤਾਂ ਨੂੰ ਭੰਗ ਕਰਨਾ ਹੈ ਤੇ ਇਲੈਕਸ਼ਨ ਕਰਾਣੇ ਨੇ ਨਵੇਂ, ਤਾਂ ਇਹ ਸਾਰੀ ਜਿਹੜੀ ਵੈਟਿੰਗ ਹੈ ਉਹ LR ਨੇ ਕੀਤੀ ਹੋਊਗੀ, ਨਾ ਕਿ ਏਜੀ ਦਫ਼ਤਰ ਨੇ। ਏਜੀ ਦਫ਼ਤਰ 'ਚ ਤਾਂ ਉਦੋਂ ਜਾਂਦਾ ਹੈ ਜਦੋਂ ਕੇਸ ਲੜਨਾ ਹੈ। ਤਾਂ ਮੈਨੂੰ ਥੋੜਾ ਜਿਹਾ ਲੱਗਦਾ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਹਜੇ LR ਆਫਿਸ ਦਾ ਵੀ ਜਿਹੜਾ ਇੱਕ ਰੋਲ ਹੈਗਾ ਉਸ ਦੇ ਉੱਤੇ ਵੀ ਗੱਲ ਕਰਨੀ ਬਣਦੀ ਹੈ ਵੀ ਕੀ ਉਹਨਾਂ ਦੀ ਰਾਏ ਆਈ ਹੋਈ ਸੀ ਕਿ ਨਹੀਂ ਆਈ ਹੋਈ ਸੀ। ਅਜੇ ਤੱਕ ਇਹ ਚੀਜ਼ ਬਾਹਰ ਨਹੀਂ ਆਈ ਹੈ ਕਿ ਉਸ ਕੇਸ ਦੇ ਵਿੱਚ LR ਦੀ ਰਾਏ ਕੀ ਸੀਗੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਉੱਥੇ ਕੇਸ ਜਿਹੜਾ ਭੇਜਿਆ DOPT ਗਵਰਨਮੈਂਟ ਆਫ ਇੰਡੀਆ ਨੂੰ, ਉਹਦੇ ਵਿੱਚ ਵੀ ਦੇਖੋ ਉਹਦੇ 'ਚ ਕੋਈ ਜ਼ਿਆਦਾ ਨਹੀਂ ਚੀਜ਼ ਦੱਸਣੀ, ਉਹਦੇ 'ਚ ਤਾਂ ਸਾਰਾ ਕੇਸ ਦੀ ਇੱਕ ਬਰੀਫਿੰਗ ਦੇਣੀ ਹੈ ਕਿ ਆਹ ਕੇਸ ਸੀਗਾ, ਉਹਦੇ ਵਿੱਚ ਆਹ ਬੰਦਿਆਂ ਦਾ ਇਹ ਰੋਲ ਸੀ, ਇਸ ਬੰਦਿਆਂ ਨੇ ਇੱਥੇ ਕਰਕੇ ਗੁੰਮਰਾਹ ਕੀਤਾ, ਨਹੀਂ ਕਰਨਾ ਚਾਹੀਦਾ ਸੀ। ਉਹ ਸਾਰਾ ਬਣਾ ਕੇ ਇੱਕ ਕੇਸ ਬਣਾ ਕੇ ਉਹਨਾਂ ਨੂੰ ਦੇ ਦੇਣਾ ਵੀ ਚਾਹੀਦਾ ਹੈ, ਦਿੰਦੇ ਆ ਵੀ ਅਸੀਂ ਇਹ ਸਸਪੈਂਡ ਕਰਤੇ ਆ। ਸੋ ਹੁਣ ਉਹ ਸਾਰੇ ਦੇ ਵਿੱਚ ਕੀ ਕੋਈ ਲਕੂਨੇ ਹੈ, ਉਸ ਦੇ ਸਵਾਲ ਜਿਹੜੇ ਨੇ ਉਹ DOPT ਪੁੱਛੇਗਾ ਸਟੇਟ ਗਵਰਨਮੈਂਟ ਨੂੰ। ਜੇ ਉਹ ਸੈਟੀਸਫਾਈ ਹੈ ਜਿਹੜਾ ਕੇਸ ਭੇਜਿਆ ਹੋਇਆ, ਫਿਰ ਤਾਂ ਸਸਪੈਂਸ਼ਨ ਅੱਗੇ ਤੱਕ ਕਾਇਮ ਰਹੇਗੀ। ਜੇਕਰ ਨਹੀਂ ਹੈ ਤਾਂ ਫਿਰ ਉਹ ਸਵਾਲ ਪੁੱਛ ਸਕਦਾ ਹੈ, ਤੇ ਸਵਾਲ ਪੁੱਛਣ ਤੋਂ ਬਾਅਦ ਜਿਹੜੇ ਅਗਰ ਸੰਤੁਸ਼ਟ ਹੋਇਆ ਤਾਂ ਠੀਕ, ਨਹੀਂ ਤਾਂ ਫਿਰ 1 ਮਹੀਨੇ ਬਾਅਦ ਜਿਹੜੀ ਹੈ ਉਹ ਰਿਵੋਕ ਹੋ ਜਾਏਗੀ ਔਰ ਸਾਰੇ ਰੀਇਨਸਟੇਟ ਹੋ ਜਾਣਗੇ। ਪਰ ਇੱਥੇ ਸਵਾਲ ਤਾਂ ਇੱਕ ਇਹ ਵੀ ਇੰਦਰਪ੍ਰੀਤ ਜੀ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਲਿਖਤ ਵਿੱਚ ਭੇਜੋਗੇ ਤਾਂ ਅਗਲੇ ਸਵਾਲ ਨਹੀਂ ਪੁੱਛਣਗੇ ਕਿ ਕੀ ਡਿਸੀਜਨ ਇਹਨਾਂ 2 IAS ਅਫਸਰਾਂ ਨੇ ਲਿਆ ਸੀ।
ਜਾਂ ਇਹ ਦੋ ਆਈਐਸ ਅਫਸਰ ਇਸ ਸਥਿਤੀ 'ਚ ਨੇ ਕਿ ਇਹ ਕਿਸੇ ਸਿਆਸੀ ਡਿਸੀਜਨ ਨੂੰ ਰੋਕ ਲੈਂਦੇ? ਇਹ ਸਵਾਲ ਵੀ ਤਾਂ ਹੋ ਸਕਦੇ ਆ ਨਾ ਜੀ। ਜਾਂ ਇਹ ਜੀ ਜੀ ਦੇਖੋ, ਜ਼ਿੰਮੇਵਾਰੀ ਤਾਂ ਫਿਕਸ ਹੁੰਦੀ ਆ ਕਿ ਜਦੋਂ ਕੋਈ ਕੇਸ ਟੈਕਨੀਕਲ ਆਧਾਰਾਂ ਦੇ ਉੱਤੇ ਅੱਗੇ ਵਧਣਾ, ਭਾਵੇਂ ਫੈਸਲਾ ਪੋਲੀਟੀਕਲ ਹੋਵੇ, ਉਹ ਅਫਸਰਾਂ ਨੇ ਚੈੱਕ ਕਰਨਾ, ਫੈਕਟ ਚੈੱਕ ਤਾਂ ਉਹਨਾਂ ਨੇ ਕਰਨੇ। ਪਰ ਫਿਰ ਵੀ ਇਸ ਮਾਮਲੇ 'ਚ ਮੈਨੂੰ ਲੱਗਦਾ ਆਖਰੀ ਸੇਕ ਮੰਤਰੀ ਸਾਹਿਬ ਤੱਕ ਪਹੁੰਚ ਜਾਣਾ ਹੈ ਕਰ ਕਰਾ ਕੇ। ਜੇ ਆਈਐਸ ਅਫਸਰਾਂ ਨੂੰ ਤੁਸੀਂ ਟੈਕਨੀਕਲੀ ਤਾਂ ਠੀਕ ਹੋ ਸਕਦੇ ਹੋ, ਪਰ ਜੇ ਤੁਸੀਂ ਸੈਟੀਸਫਾਈ ਕਰਨਾ ਚਾਹੁੰਦੇ ਹੋ ਕਿ ਫੈਸਲਾ ਕਿਤੇ ਹੋਰ ਹੋਇਆ, ਸਜ਼ਾ ਕਿਤੇ ਹੋਰ ਲੱਗੀ, ਫਿਰ ਤਾਂ ਸਾਰੀਆਂ ਫਾਈਲਾਂ ਦੇ ਉੱਤੇ ਅਫਸਰ ਲਿਖ ਦਿਆ ਕਰਨਗੇ ਕਿ ਇਹਦੇ ਉੱਤੇ ਅੰਤਮ ਰਾਏ ਕਾਨੂੰਨ ਵਿਭਾਗ ਦੀ ਮੰਨੀ ਜਾਵੇ ਜੀ। ਫਿਰ ਕੀ ਕਰੋਗੇ? ਬਿਲਕੁਲ, ਮੈਨੂੰ ਲੱਗਦਾ ਕਿ ਇਹ ਤਾਂ ਹੋਰ ਵੀ ਮੁਸ਼ਕਿਲ ਹੋ ਜਾਏਗਾ। ਦੇਖੋ, ਕਿਸੇ ਵੀ ਡਿਪਾਰਟਮੈਂਟ 'ਚ ਕਿਸੇ ਵੀ ਸੈਕਟਰੀ ਨੂੰ ਲਗਾਇਆ ਜਦੋਂ ਜਾਂਦਾ ਤਾਂ ਇੱਕ ਬਹੁਤ ਹੀ ਇਹ ਮੰਨਿਆ ਜਾਂਦਾ ਕਿ ਉਹ ਉਸ ਮੰਤਰੀ ਦਾ ਜਾਂ ਉਹਦਾ ਵਿਸ਼ਵਾਸ ਪਾਤਰ ਹੈ, ਉਹਨੂੰ ਗਲਤੀ ਨਹੀਂ ਕਰਦੇ, ਕਿਉਂਕਿ ਕਾਨੂੰਨੀ ਤੌਰ ਤੇ ਸਾਰੀਆਂ ਚੀਜ਼ਾਂ ਤਾਂ ਅਫਸਰ ਹੀ ਜਾਣਦੇ ਆ, ਨੁਕਤੇ ਤਾਂ ਸਾਰੇ ਉਹਨਾਂ ਨੂੰ ਹੀ ਪਤਾ ਹੁੰਦੇ ਆ, ਔਰ ਉਹਨਾਂ ਦੇ ਉੱਤੇ ਤਾਂ ਮੰਤਰੀ ਵਿਸ਼ਵਾਸ ਕਰਦੇ ਹੀ ਨੇ, ਇਹੀ ਸੋਚ ਕੇ ਕਿ ਜੋ ਵੀ ਮੇਰਾ ਸੈਕਟਰੀ ਮੈਨੂੰ ਰਾਏ ਦੇ ਰਿਹਾ ਹੈ ਉਹ ਸਾਰੇ ਪਹਿਲੂਆਂ ਨੂੰ ਦੇਖ ਕੇ ਰਾਏ ਦਿੱਤੀ ਹੈ ਤੇ ਮੈਂ ਸਿਰਫ ਉੱਤੇ ਸਾਈਨ ਹੀ ਕਰਨੇ ਆ। ਤੋ ਇਹ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਤੁਸੀਂ ਸਿਰਫ ਇੱਕ ਅਫਸਰ ਨੂੰ ਹੀ ਜ਼ਿੰਮੇਵਾਰ ਠਹਿਰਾ ਦੋਗੇ, ਬਾਕੀ ਸਾਰੀਆਂ ਚੀਜ਼ਾਂ ਨੂੰ ਕੱਢ ਦੋਗੇ ਬਾਹਰ, ਤਾਂ ਫਿਰ ਅਫਸਰਸ਼ਾਹੀ ਕੋਲੇ ਇਹ ਕੋਈ ਰਹੇਗਾ ਹੀ ਨਹੀਂ ਕਿ ਉਹ ਫਿਰ ਕੋਈ ਫੈਸਲਾ ਨਾ ਲੈਣ। ਉਹ ਸਾਰੇ ਫੈਸਲੇ ਜਿਹੜੇ ਹੈ ਜਾਂ ਤਾਂ ਕੈਬਨਿਟ ਦੇ ਉੱਤੇ ਛੱਡ ਦੇਣਗੇ, ਜਾਂ ਚੀਫ ਮਿਨਿਸਟਰ ਦੇ ਉੱਤੇ ਛੱਡ ਦੇਣਗੇ, ਜਾਂ ਮਿਨਿਸਟਰ ਦੇ ਉੱਤੇ ਛੱਡ ਦੇਣਗੇ। ਫਿਰ ਤਾਂ ਤੁਹਾਨੂੰ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਲਾ ਦੇਣੇ ਚਾਹੀਦੇ ਆ, ਜਿਹੜੇ ਫਾਈਲ ਨੂੰ ਰੱਖ ਕੇ ਬਹਿ ਜਾਣਗੇ ਤੇ ਐਨਕ ਕਦੇ ਤਾਂ ਕਰਨਗੇ ਕਦੇ ਠਾਂ ਕਰਨਗੇ ਵੀ ਇਹਦੇ 'ਚ ਸਿਆਸਤ ਹੈ ਜਾਂ ਨਹੀਂ ਸਿਆਸਤ ਵੱਖਰੀ ਗੱਲ ਆ, ਫਾਈਲ 'ਚ ਆ ਕਮੀ ਜ਼ਰੂਰ ਆ। ਹੁਣ ਭਾਸਕਰ ਸਾਹਿਬ, ਤੁਹਾਡੇ ਕੋਲ ਮੈਂ ਆਉਣ ਲੱਗਿਆ ਇਸੇ ਮਾਮਲੇ ਤੇ ਕਿ ਪਿਛਲੀਆਂ ਸਰਕਾਰਾਂ 'ਚ, ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਬਾਰ-ਬਾਰ ਜ਼ਿਕਰ ਆ ਰਿਹਾ, ਕਈ ਅਫਸਰ ਪੁਰਾਣੇ ਦੱਸਦੇ ਆ ਕਿ ਉਸ ਦੌਰ ਦੇ ਵਿੱਚ ਜਿਸ ਮੰਤਰੀ ਦੇ ਕੰਮਕਾਜ ਤੋਂ ਉਹਨਾਂ ਨੂੰ ਬਹੁਤੀ ਤਸੱਲੀ ਨਹੀਂ ਹੁੰਦੀ ਜਾਂ ਜਿੱਥੇ ਪੰਗੇਬਾਜ਼ੀ ਦੀ ਸੰਭਾਵਨਾ ਹੁੰਦੀ ਸੀ, ਉਹ ਮੰਤਰੀ ਨੂੰ ਘੱਟ ਕੁਝ ਕਹਿੰਦੇ ਸੀ, ਉੱਥੇ ਇੱਕ ਕੜਕ ਜਿਹਾ ਅਫਸਰ ਲਾ ਦਿੰਦੇ ਸੀ, ਚੁੱਪ ਕਰਕੇ, ਨਾ ਕੁਛ ਨਹੀਂ ਸੀ ਮੂੰਹੋਂ ਬੋਲਦੇ, ਉਹ ਅਫਸਰ ਲਾ ਦੋ। ਉਹ ਭਾਵੇਂ ਬ੍ਰਹਮਪੁਰਾ ਹੋਣ ਜਾਂ ਕੋਈ ਹੋਰ ਵੀ ਹੋਣ, ਉਸ ਦੌਰ ਦੇ ਜਿਹੜੇ ਤਗੜੇ ਖਾੜਕੂ ਮੰਤਰੀ ਹੁੰਦੇ ਸੀਗੇ, ਵੀ ਆਈਐਸ ਅਫਸਰ ਨਾਲ ਹੀ ਉਲਝੇ ਰਹਿਣ ਜੀ। ਉਹ ਵੀ ਆਈਐਸ ਅਫਸਰ ਨੇ ਕੋਈ ਵੀ ਕੰਮ ਐਸਾ ਹੋਣ ਹੀ ਨਹੀਂ ਦੇਣਾ ਜਿਹੜਾ ਸਰਕਾਰ ਨੂੰ ਪੰਗੇ 'ਚ ਪਾਵੇ। ਅੱਛਾ, ਪਿਛਲੀ ਸਰਕਾਰ ਦੇ ਵਿੱਚ ਵੀ ਇੰਜ ਰਿਹਾ ਵੀ ਕਈ ਮੰਤਰੀਆਂ ਦੇ ਨਾਲ, ਜਿਹੜੇ ਮੰਤਰੀਆਂ ਨੂੰ ਬਣਾਉਣਾ ਹੀ ਪਿਆ ਕੇਂਦਰੀ ਹਾਈ ਕਮਾਂਡ ਦੇ ਕਹਿਣ ਤੇ, ਉਹਨਾਂ ਨਾਲ ਅਫਸਰ ਇਹੋ ਜਿਹੇ ਲਾ ਦਿਓ ਕਿ ਜਿਹੜੇ ਅਫਸਰ ਤੁਹਾਨੂੰ ਨਾਲ ਨਾਲ ਰਿਪੋਰਟ ਵੀ ਦਿੰਦੇ ਰਹਿਣ ਮੁੱਖ ਮੰਤਰੀ ਦਫ਼ਤਰ ਨੂੰ ਵੀ ਆਹ ਹੋ ਰਿਹਾ ਜੇ। ਸੋ ਭਾਸਕਰ ਸਾਹਿਬ, ਅਫਸਰਾਂ ਦੀ ਅੱਜ ਕੱਲ੍ਹ ਭੂਮਿਕਾ ਮੈਨੂੰ ਲੱਗਦਾ ਐਫੀਸ਼ੀਐਂਸੀ ਨਾਲੋਂ, ਕਾਬਲੀਅਤ ਨਾਲੋਂ ਉਹ ਜੀ ਹਜ਼ੂਰੀ 'ਚ ਜ਼ਿਆਦਾ ਹੈ। ਅਫਸਰ ਜਿਹੜੇ ਆ ਉਹ ਨਾਲ ਹੀ ਖਲੋਤੇ ਹੁੰਦੇ ਮੁੱਖ ਮੰਤਰੀ ਦਫ਼ਤਰ ਦੇ, ਏਦਾਂ ਹੱਥ ਜੋੜ ਕੇ। ਮੈਂ ਦੇਖਿਆ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਜੀ। ਜਿੱਥੇ ਤੱਕ ਦੋ ਅਫਸਰਾਂ ਨੂੰ ਸਜ਼ਾ ਦੇਣ ਦੀ ਗੱਲ ਹੈ ਰੰਧਾਵਾ ਜੀ, ਇੱਕ ਤੇ ਹੁੰਦੀ ਹੈ ਗਲਤੀ, ਇੱਕ ਹੁੰਦੀ ਹੈ ਕ੍ਰਾਈਮ, ਯਾਨੀ ਤੁਸੀਂ ਕੋਈ ਬਲੰਡਰ ਕੀਤੀ ਹੈ ਔਰ ਜਾਣਬੁੱਝ ਕੇ ਕੀਤੀ ਹੈ। ਜਿੱਥੇ ਤੱਕ ਕਿਸੇ ਕ੍ਰਾਈਮ ਦੀ ਜਾਂ ਕਿਸੇ ਗਲਤੀ ਦੀ ਸਜ਼ਾ ਦੇਣੀ ਹੁੰਦੀ ਹੈ, ਕਿਉਂਕਿ ਦੋ ਵੱਡੇ ਅਫਸਰਾਂ ਨੂੰ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ, ਉਹਦੇ ਵਿੱਚ ਮੋਟਿਵ ਦੇਖਿਆ ਜਾਂਦਾ ਹੈ ਵੀ ਇਹਨਾਂ ਦਾ ਇਸ ਗਲਤੀ ਜਾਂ ਸਰਕਾਰ ਨੂੰ ਗਲਤ ਗਾਈਡ ਕਰਨ ਦੇ ਪਿੱਛੇ ਮੋਟਿਵ ਕੀ ਸੀਗਾ। ਤੁਸੀਂ ਇਹ ਦੇਖੋ ਕਿ ਭਾਵੇਂ ਪੰਚਾਇਤ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਗੁਰਪ੍ਰੀਤ ਸਿੰਘ ਖਹਿਰਾ ਜਾਂ ਡੀਕੇ ਤਿਵਾੜੀ, ਉਹਨਾਂ ਦਾ ਕੋਈ ਮੋਟਿਵ ਹੋ ਸਕਦਾ, ਉਹਨਾਂ ਨੂੰ ਪੰਚਾਇਤਾਂ ਕੋਈ ਚੂੰਡੀਆਂ ਵੱਟਦੀ ਸੀਗੀ ਜਿਨ੍ਹਾਂ ਨੂੰ ਭੰਗ ਕਰਨ ਵਾਸਤੇ ਉਹਨਾਂ ਨੂੰ ਇਹ ਕਵਾਇਦ ਕਰਨੀ ਪਈ। ਇਹ ਸਾਰੇ ਜਾਣਦੇ ਨੇ ਇੱਕ ਪੋਲੀਟੀਕਲ ਫੈਸਲਾ ਸੀਗਾ, ਅਫਸਰਾਂ ਦੇ ਉੱਤੇ ਦਬਾਅ ਸੀਗਾ, ਉਹਨਾਂ ਨੇ ਇਹ ਗੱਲ ਕੀਤੀ। ਕਰਨ ਤੋਂ ਬਾਅਦ ਜਦ ਗੱਲ ਪੁੱਠੀ ਪੈ ਗਈ ਤੇ ਕਿਸੇ ਦੇ ਸਿਰ ਤੇ ਪਾਣੀ ਪਾਣੀ ਹੈ, ਫਿਰ ਦੋ ਅਫਸਰਾਂ ਨੂੰ ਟੰਗ ਦਿੱਤਾ ਗਿਆ। ਹੁਣ ਗੱਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਬਾਦਲ ਸਾਹਿਬ ਦੇ ਟਾਈਮ ਵਿੱਚ ਉਹ ਕੋਈ ਮੰਤਰੀ, ਘੈਂਟ ਮੰਤਰੀ ਜਿਹੜੇ ਹੁੰਦੇ ਸੀਗੇ, ਉਹਨਾਂ ਦੇ ਕੋਲ ਇੱਕ ਅਫਸਰ ਏਦਾਂ ਦੇ ਤੈਨਾਤ ਕਰ ਦਿੰਦੇ ਸੀ ਜਿਹੜੇ ਆਪੇ ਹੀ ਸਾਰੀ ਗੱਲ ਨੂੰ ਸਾਂਭ ਲੈਂਦੇ ਸੀਗੇ। ਇੱਥੇ ਵੀ ਸਿਚੁਏਸ਼ਨ ਆਈ ਹੈ। ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਸਾਰੇ ਮੰਤਰੀਆਂ ਦੇ ਨਾਲ ਇੱਕ ਨਾ ਇੱਕ ਉਹ ਜਿਹੜਾ ਇਨਵਿਜ਼ੀਬਲ ਦਿੱਲੀ ਵਾਲਾ ਜਿਹੜਾ ਸਿਸਟਮ ਹੈਗਾ, ਉਹ ਹੈਗਾ ਕਿ ਉਹ ਇਸ ਫਾਈਲ ਦੇ ਉੱਤੇ ਨਜ਼ਰ ਗਾੜ ਕੇ ਨਹੀਂ ਬੈਠਾ ਸੀਗਾ ਕਿ ਉਹਦੇ ਤੋਂ ਵੀ ਕੋਈ ਗਲਤੀ ਹੋਈ। ਚਲੋ, ਕਿਉਂਕਿ ਕੁਝ ਗੱਲਾਂ ਅਨਅਫੀਸ਼ੀਅਲ ਹੁੰਦੀ ਹੈ, ਪਰ ਅਨਅਫੀਸ਼ੀਅਲ ਦੇ ਵਿੱਚ ਕੋਈ ਸਜ਼ਾ ਨਹੀਂ ਹੁੰਦੀ, ਲੇਕਿਨ ਅਫੀਸ਼ੀਅਲ ਜਿਨ੍ਹਾਂ ਨੇ ਜੋ ਕੰਮ ਕੀਤਾ, ਭਾਵੇਂ ਅਨਅਫੀਸ਼ੀਅਲ ਬੰਦੇ ਦੇ ਕਹਿਣ ਤੇ ਹੀ ਕੀਤਾ ਹੋਏ, ਪਰ ਸਜ਼ਾ ਅਫੀਸ਼ੀਅਲ ਬੰਦੇ ਨੂੰ ਹੋ ਜਾਂਦੀ ਹੈ। ਔਰ ਇਸ ਸਜ਼ਾ ਦੇ ਪਿੱਛੇ ਪਤਾ ਨਹੀਂ ਅੱਗੇ ਚੱਲ ਕੇ ਕੀ ਹੋਏਗਾ, ਪਰ ਹਜੇ ਏਜੀ ਆਫਿਸ ਤੱਕ ਗੱਲ ਪਹੁੰਚੀ ਹੈ, ਮੰਤਰੀ ਤੱਕ ਵੀ ਪਹੁੰਚਣੀ ਚਾਹੀਦੀ ਹੈ, ਤਾਂ ਹੀ ਕਰਕੇ ਇਸ ਮੁੱਦੇ ਦਾ ਨਿਪਟਾਰਾ ਹੋ ਸਕਦਾ। ਕਿ ਲਾਲਜੀਤ ਸਿੰਘ ਭੁੱਲਰ ਹਟਾਏ ਜਾਣਗੇ ਜਾਂ ਉਹਨਾਂ ਦਾ ਮਹਿਕਮਾ ਵਾਪਸ ਲਿਆ ਜਾਊਗਾ, ਇਹ ਸਵਾਲ ਨਾਲ ਅਸੀਂ ਅੱਗੇ ਵੱਧ ਜਾਂਦੇ ਹਾਂ।